ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪੰਜਾਬ ਦੇ ਲੋਕ ਖਾਸ ਤੌਰ ਤੇ ਨੌਜਵਾਨ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਵਿਦੇਸ਼ੀ ਧਰਤੀਆਂ ਤੇ ਜਾਣ ਲਈ, ਔਰ ਉਹਨਾਂ ਦਾ ਇੱਕ ਖਾਸ ਸੁਪਨਾ ਹੁੰਦਾ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਜ਼ਰੂਰ ਪਹੁੰਚ ਜਾਈਏ, ਉਸ ਵਿਦੇਸ਼ੀ ਧਰਤੀ ਤੇ ਜ਼ਰੂਰ ਪਹੁੰਚ ਜਾਈਏ। ਔਰ ਇਸ ਵਿਦੇਸ਼ੀ ਧਰਤੀ ਤੇ ਪਹੁੰਚਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਇਸ ਲਈ ਚਾਹੇ ਉਹਨਾਂ ਨੂੰ ਜਾਲੀ ਦਸਤਾਵੇਜ਼ ਬਣਾਉਣੇ ਪੈਣ, ਚਾਹੇ ਜਾਲੀ ਡਿਗਰੀਆਂ ਲੈਣੀਆਂ ਪੈਣ, ਚਾਹੇ ਟਰੈਵਲ ਏਜੰਟਸ ਦੇ ਲੁੱਟ ਖਸੁੱਟ ਦਾ ਸਾਹਮਣਾ ਕਰਨਾ ਪਵੇ, ਤੇ ਚਾਹੇ ਉਹਨਾਂ ਨੂੰ ਆਪਣੀਆਂ ਪ੍ਰੋਪਰਟੀਜ਼ ਜਾਇਦਾਦ ਜਾਂ ਜ਼ਮੀਨਾਂ ਵੇਚਣੀਆਂ ਪੈਣ, ਹਰ ਚੀਜ਼ ਲਈ, ਹਰ ਮੁਸ਼ਕਿਲ ਨੂੰ ਪਾਰ ਕਰਨ ਲਈ ਉਹ ਤਿਆਰ ਰਹਿੰਦੇ ਨੇ। ਪਰ ਮੈਂ ਤੁਹਾਨੂੰ ਦੱਸਾਂ ਕਿ ਹੁਣ ਜਿਹੜੇ ਕੈਨੇਡਾ ਤੇ ਇੰਡੀਆ ਦੇ ਸਬੰਧ ਆਪਸ ਦੇ ਵਿੱਚ ਵਿਗੜ ਚੁੱਕੇ ਨੇ, ਔਰ ਇੰਨੇ ਕੁ ਨੀਵੇਂ ਪੱਧਰ ਤੇ ਆ ਗਏ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਬਹੁਤ ਸਾਰੇ ਉਪਰਾਲੇ ਦੋਨਾਂ ਮੁਲਕਾਂ ਨੂੰ ਕਰਨੇ ਪੈਣੇ ਆ ਤਾਂ ਕਿ ਇਹ ਜਿਹੜੇ ਸਬੰਧ ਨੇ ਆਪਸ ਦੇ ਵਿੱਚ ਦੁਬਾਰਾ ਸੁਖਾਵੇਂ ਬਣ ਸਕਣ। ਪਰ ਇਸ ਦੌਰਾਨ ਹੋ ਸਕਦਾ ਜਿਹੜੇ ਲੋਕ ਉੱਥੇ ਜਾ ਚੁੱਕੇ ਨੇ, ਬਹੁਤ ਸਾਰੇ ਸਾਡੇ ਪੰਜਾਬ ਤੋਂ ਲੋਕ ਗਏ ਹੋਏ ਨੇ, ਇੰਡੀਆ ਤੋਂ ਲੋਕ ਗਏ ਹੋਏ ਨੇ, ਭਾਰਤ ਦੇ ਲੋਕ ਉੱਥੇ ਵਸਦੇ ਨੇ, ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟ ਹੋ ਰਹੇ ਹੋਣੇ ਕਿ ਕੀ ਇਹ ਸਬੰਧ ਇਸੇ ਤਰ੍ਹਾਂ ਬਣਨਗੇ ਜਾਂ ਬਣੇ ਰਹਿਣਗੇ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਸੁਧਾਰ ਹੋਊਗਾ, ਕਿਤੇ ਸਾਡੇ ਆਉਣ ਜਾਣ ਦੇ ਉੱਤੇ ਕੋਈ ਪਾਬੰਦੀਆਂ ਤਾਂ ਨਹੀਂ ਲੱਗ ਜਾਣਗੀਆਂ। ਇਸ ਤਰ੍ਹਾਂ ਦੇ ਵੀ ਉਹਨਾਂ ਦੇ ਵਿਚਾਰ ਹੋ ਸਕਦੇ ਨੇ। ਸਾਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਤੁਹਾਨੂੰ ਮੈਂ ਦੱਸਾਂ ਕਿ ਅੱਜ ਭਾਰਤ ਨੇ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਇਹ ਕੈਨੇਡਾ ਦੇ ਉਸ ਰਿਐਕਸ਼ਨ ਤੋਂ ਬਾਅਦ, ਬਲਕਿ ਉਸ ਐਕਸ਼ਨ ਤੋਂ ਬਾਅਦ ਭਾਰਤ ਨੇ ਵੀ ਰਿਐਕਟ ਕੀਤਾ ਔਰ ਇੱਕ ਸੀਨੀਅਰ ਡਿਪਲੋਮੈਟ ਨੂੰ, ਕੈਨੇਡੀਅਨ ਡਿਪਲੋਮੈਟ ਨੂੰ ਭਾਰਤ ਦੇ ਵਿੱਚੋਂ 5 ਦਿਨਾਂ ਦੇ ਅੰਦਰ ਅੰਦਰ ਜਾਣ ਲਈ ਕਹਿਤਾ, ਯਾਨੀ ਕਿ ਉਸ ਡਿਪਲੋਮੈਟ ਨੂੰ ਐਕਸਪੈਲ ਕਰਤਾ। ਤੁਹਾਨੂੰ ਪਤਾ ਹੋਣਾ ਕਿ ਬੀਤੇ ਸੋਮਵਾਰ ਨੂੰ ਇਹ ਪਹਿਲਾ ਐਕਸ਼ਨ ਕੈਨੇਡੀਅਨ ਗਵਰਨਮੈਂਟ ਨੇ ਲਿਆ ਸੀ, ਉੱਥੋਂ ਦੀ ਸਰਕਾਰ ਨੇ ਲਿਆ ਸੀ, ਤੇ ਉਸ ਤੋਂ ਬਾਅਦ ਅੱਜ ਭਾਰਤ ਸਰਕਾਰ ਨੇ ਵੀ ਉਹਦਾ ਜਵਾਬ ਦਿੱਤਾ। ਜਿਵੇਂ ਕਹਿੰਦੇ ਹੁੰਦੇ ਟਿਟ ਫॉर ਟੈਟ, ਉਹਦੇ ਜਵਾਬ ਦੇ ਏਵਜ਼ ਦੇ ਵਿੱਚ ਇਹਨਾਂ ਨੇ ਓਲੀਵਰ ਸਿਲਵੈਸਟਰ ਨੂੰ ਇੱਥੋਂ ਚਲਤਾ ਕਰਤਾ। ਔਰ ਮੈਂ ਇਹ ਵੀ ਦੱਸਦਾ ਕਿ ਹੈ ਕੌਣ ਆ, ਇਹ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਦੇ ਸਟਾਫ ਦੇ ਚੀਫ ਨੇ, ਇਸ ਏਜੰਸੀ ਦੇ ਮੁਖੀ ਨੇ, ਤੇ ਇੱਥੇ ਇਹ ਇੱਕ ਬਤੌਰ ਅੰਡਰਕਵਰ ਰਹਿ ਰਹੇ ਸੀ। ਬਹੁਤ ਸਾਰੀਆਂ ਖੂਫੀਆ ਏਜੰਸੀਆਂ ਪੂਰੇ ਵਿਦੇਸ਼ਾਂ ਦੇ ਵਿੱਚ, ਕਈ ਮੁਲਕਾਂ ਦੇ ਵਿੱਚ ਜਿਹੜੇ ਉਹਨਾਂ ਦੇ ਮਿਸ਼ਨਸ ਹੁੰਦੇ ਨੇ, ਐਮਬੈਸੀਜ਼ ਹੁੰਦੀਆਂ ਨੇ, ਉੱਥੇ ਇੱਕ ਤਰ੍ਹਾਂ ਦਾ ਚੁੱਪ ਚਪੀਤੇ ਲੁਕ ਛਿਪ ਕੇ ਆਪਣਾ ਕੰਮ ਕਰਦੇ ਰਹਿੰਦੇ ਨੇ। ਉੱਥੇ ਇੰਟੈਲੀਜੈਂਸ ਜਾਂ ਉੱਥੋਂ ਦੀ ਖੂਫੀਆ ਸੂਚਨਾਵਾਂ ਲੈਂਦੇ ਰਹਿੰਦੇ ਨੇ। ਇਹਨਾਂ ਨੂੰ ਆਮ ਤੌਰ ਤੇ ਅੰਡਰਕਵਰ ਇਸ ਕਰਕੇ ਵੀ ਕਿਹਾ ਜਾਂਦਾ ਕਿ ਨਾ ਤਾਂ ਮੀਡੀਆ ਚਾਹੁੰਦੇ ਨੇ, ਨਾ ਇਹਨਾਂ ਬਾਰੇ ਕੋਈ ਖਬਰ ਫੈਲਦੀ ਆ, ਚੁੱਪਚਾਪ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਆਪਣਾ ਕੰਮ ਕਰਦੇ ਨੇ। ਖੈਰ, ਇਹਨਾਂ ਨੂੰ 5 ਦਿਨਾਂ ਦੇ ਅੰਦਰ ਅੰਦਰ ਇਸ ਮੁਲਕ ਨੂੰ ਛੱਡਣ ਲਈ ਕਹਿ ਦਿੱਤਾ ਗਿਆ। ਦਰਅਸਲ ਮਾਮਲਾ ਕੀ ਹੋਇਆ, ਹੁਣ ਇਸ ਸਾਰੇ ਮਾਮਲੇ ਦੀ ਤਹਿ ਤੱਕ ਜਾਂਦੇ ਆ। ਤੁਹਾਨੂੰ ਯਾਦ ਹੋਣਾ 18 ਜੂਨ ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਦਾ ਉਹ ਵੱਡਾ ਇੱਕ ਸ਼ਹਿਰ, ਉੱਥੋਂ ਦਾ ਗੁਰੂ ਨਾਨਕ ਸਿੱਖ ਗੁਰਦੁਆਰਾ ਇੱਕ, ਉਸ ਗੁਰਦੁਆਰੇ ਦੇ ਇਹ ਪ੍ਰਧਾਨ ਹੁੰਦੇ ਸੀ ਹਰਦੀਪ ਸਿੰਘ ਨਿੱਜਰ। ਇਹਨਾਂ ਦਾ 18 ਜੂਨ ਦੀ ਸ਼ਾਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਕਤਲ ਕਰਤਾ, ਇਹਨਾਂ ਦੀ ਅਸੈਸੀਨੇਸ਼ਨ ਕਰਤੀ ਇਹਨਾਂ ਦੇ ਉਸੇ ਗੁਰਦੁਆਰੇ ਦੀ ਪਾਰਕਿੰਗ ਦੇ ਵਿੱਚ। ਉਸ ਤੋਂ ਬਾਅਦ ਇਹ ਮਾਮਲਾ ਤੂਲ ਫੜ ਗਿਆ ਜਾਂ ਇੰਨਾ ਕੁ ਭੱਗ ਗਿਆ। ਵੈਸੇ ਬੰਦ ਆਵਾਜ਼ਾਂ ਦੇ ਵਿੱਚ ਇਹ ਗੱਲਾਂ ਉਦੋਂ ਆ ਰਹੀਆਂ ਸੀ, ਆਮ ਤੌਰ ਤੇ ਲੋਕਾਂ ਦੀ ਚਰਚਾਵਾਂ ਦਾ ਇਹ ਵਿਸ਼ਾ ਬਣਿਆ ਹੋਇਆ ਸੀ ਕਿ ਕੀ ਕਿਤੇ ਹਰਦੀਪ ਸਿੰਘ ਨਿੱਜਰ ਨੂੰ ਭਾਰਤ ਦੀਆਂ ਖੂਫੀਆ ਏਜੰਸੀਜ਼ ਨੇ ਤਾਂ ਨਹੀਂ ਮਰਵਾਤਾ, ਇਹ ਗੱਲ ਕਹੀ ਜਾਂਦੀ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਅਧਿਕਾਰਿਕ ਤੌਰ ਤੇ ਉਹ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਹੁਣ ਭਾਰਤ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਨਾਂ ਲਿਆ, ਉਹ ਵੀ ਆਪਣੇ ਪਾਰਲੀਮੈਂਟ ਦੇ ਵਿੱਚ। ਹਾਊਸ ਆਫ ਕਾਮਨਸ ਨੂੰ ਉਹ ਪਿਛਲੇ ਬੀਤੇ ਸੋਮਵਾਰ ਨੂੰ ਐਡਰੈਸ ਕਰ ਰਹੇ ਸੀ। ਬੀਤੇ ਸੋਮਵਾਰ, ਮੈਂ ਬੀਤੇ ਕੱਲ੍ਹ ਦੀ ਹੋਈ ਗੱਲ ਕਰ ਰਿਹਾ, ਉੱਥੇ ਉਹਨਾਂ ਨੇ ਹਾਊਸ ਆਫ ਕਾਮਨਸ ਨੂੰ ਇਹ ਦੱਸਿਆ, ਜਿੱਥੇ ਪੂਰੇ ਮੈਂਬਰ ਪਾਰਲੀਮੈਂਟ ਬੈਠੇ ਹੋਏ ਸੀ, ਜਿੱਥੇ ਉਹਨਾਂ ਦੀ ਪੂਰੀ ਫੈਡਰਲ ਸਰਕਾਰ ਬੈਠੀ ਹੋਈ ਸੀ ਓਟਵਾ ਦੇ ਵਿੱਚ। ਉੱਥੇ ਉਹ ਦੱਸਦੇ ਨੇ ਕਿ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਕੀਤਾ ਗਿਆ, ਉਸ ਪਿੱਛੇ ਭਾਰਤ ਸਰਕਾਰ ਹੈ, ਯਾਨੀ ਕਿ ਭਾਰਤ ਸਰਕਾਰ ਦੀਆਂ ਖੂਫੀਆ ਏਜੰਸੀਜ਼ ਨੇ। ਜਿਸ ਤਰ੍ਹਾਂ ਇਹ ਗੱਲ ਪਤਾ ਲੱਗਦੀ ਆ, ਭਾਰਤ ਦਾ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆ, ਉਹਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਔਰ ਖਾਰਿਜ ਕੀਤਾ, ਔਰ ਉਹਨਾਂ ਕਿਹਾ ਕਿ ਇਹ ਸਾਰੀਆਂ ਗੱਲਾਂ ਬੇਬੁਨਿਆਦ ਆ, ਇਹਨਾਂ ਦਾ ਕੋਈ ਆਧਾਰ ਨਹੀਂ, ਨਿਰਾਧਾਰ ਆ। ਇਹ ਗੱਲ ਤਾਂ ਉਹਨਾਂ ਨੇ ਕਹਿਤੀ।
ਨਾਲ ਹੀ ਭਾਰਤ ਸਰਕਾਰ ਦਾ ਰਿਐਕਸ਼ਨ ਇਹ ਵੀ ਸੀ, ਕਹਿੰਦੇ ਇਹ ਜਿਹੜੀ ਕੈਨੇਡੀਅਨ ਸਰਕਾਰ ਹੈ ਜਾਂ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ, ਇਹ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਗੱਲਾਂ ਤਾਂ ਕਰ ਰਹੇ ਨੇ ਕਿਉਂਕਿ ਅਸੀਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਉੱਥੇ ਤੁਹਾਡੇ ਕੁਝ ਖਾਲਿਸਤਾਨ ਸਮਰਥਕ ਬਹੁਤ ਐਕਟਿਵ ਹੋ ਰਹੇ ਨੇ, ਗਤੀਵਿਧੀਆਂ ਉਹਨਾਂ ਦੀਆਂ ਵੱਧ ਰਹੀਆਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਹਿੰਸਾ ਤੇ ਉਤਾਰੂ ਹੋ ਸਕਦੇ ਨੇ, ਹਿੰਸਾ ਕਰ ਸਕਦੇ ਨੇ, ਤੁਸੀਂ ਇਹਨਾਂ ਤੇ ਕੋਈ ਚੈੱਕ ਰੱਖੋ, ਇਹਨਾਂ ਤੇ ਕੰਟਰੋਲ ਕਰੋ। ਇਹਨਾਂ ਨੂੰ ਚੈੱਕ ਜਾਂ ਕੰਟਰੋਲ ਕਰਨ ਦੀ ਬਜਾਏ ਇਹਨਾਂ ਨੇ ਹੁਣ ਸਿਰਫ ਤੇ ਸਿਰਫ ਧਿਆਨ ਹਟਾਉਣ ਲਈ ਜਾਂ ਜਿਹਨੂੰ ਕਹਿੰਦੇ ਆ ਕਿ ਅਟੈਂਸ਼ਨ ਡਿਫਲੈਕਟ ਕਰਨ ਲਈ ਇਹ ਸਾਰੀ ਸਟੇਟਮੈਂਟ ਦਿੱਤੀ ਹੈ। ਇਹ ਗੱਲ ਉਹਨਾਂ ਨੇ ਕਹੀ ਆ। ਪਰ ਤੁਸੀਂ ਇੱਕ ਚੀਜ਼ ਦੇਖੋ, ਜਿਸ ਤਰ੍ਹਾਂ ਹੀ ਜਸਟਿਨ ਟਰੂਡੋ ਨੇ ਇਹ ਗੱਲ ਉੱਥੇ ਕਹੀ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ, ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਆਪਣੀ ਸਟੇਟਮੈਂਟ ਦਿੱਤੀ ਤੇ ਜਿਸ ਤਰ੍ਹਾਂ ਹੀ ਸਟੇਟਮੈਂਟ ਦਿੱਤੀ, ਉੱਥੋਂ ਦੇ ਵਿਦੇਸ਼ ਮੰਤਰੀ ਨੇ, ਕੈਨੇਡਾ ਦੇ ਵਿਦੇਸ਼ ਮੰਤਰੀ ਜਿਨ੍ਹਾਂ ਦਾ ਨਾਮ ਹੈ ਮੈਲਨੀ ਜੋਲੀ, ਮੈਲਨੀ ਜੋਲੀ ਨੇ ਉਸੇ ਵਕਤ ਇੱਕ ਆਰਡਰ ਕੱਢਿਆ ਔਰ ਭਾਰਤ ਦੇ ਇੱਕ ਸੀਨੀਅਰ ਡਿਪਲੋਮੈਟ 1997 ਬੈਚ ਦੇ IPS ਅਫਸਰ ਜਿਹੜੇ ਉੱਥੇ ਡੈਪੂਟੇਸ਼ਨ ਤੇ ਸੀ ਆਟਵਾ ਦੇ ਵਿੱਚ ਕੈਨੇਡਾ ਦੇ ਵਿੱਚ, ਜਿਨ੍ਹਾਂ ਦਾ ਨਾਮ ਹੈ ਪਵਨ ਕੁਮਾਰ ਰਾਏ, ਤੁਸੀਂ ਬਹੁਤ ਸਾਰੇ ਨੇ ਨਾਂ ਸੁਣਿਆ ਹੋਣਾ। ਉਹ 1997 ਦੇ ਪੰਜਾਬ ਕੈਡਰ ਦੇ IPS ਆਫਿਸਰ ਨੇ। ਕਿਸੇ ਟਾਈਮ ਉਹ ਜਲੰਧਰ ਦੇ ਵਿੱਚ ਵੀ ਪੋਸਟਡ ਸੀ, ਹੋਰ ਵੀ ਬਹੁਤ ਸਾਰੇ ਮੋਗੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਰਹੇ ਆ। ਇਹ ਉੱਥੇ ਡੈਪੂਟੇਸ਼ਨ ਤੇ ਸੀ ਰॉ ਐਂਡ, ਜਿਹਨੂੰ ਰॉ ਕਹਿੰਦੇ ਨੇ, ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਨਾਲ, ਰॉ ਦੇ ਨਾਲ, ਜਿਹੜੀ ਭਾਰਤ ਦੀ ਖੂਫੀਆ ਏਜੰਸੀ ਆ, ਵਿਦੇਸ਼ਾਂ 'ਚ ਕੰਮ ਕਰਦੀ ਆ, ਉੱਥੇ ਇਹ ਤੈਨਾਤ ਸੀ। ਇਹਨਾਂ ਨੂੰ ਨਾਲ ਦੀ ਨਾਲ ਹੀ ਮੈਲਨੀ ਜੋਲੀ ਜਿਹੜੀ ਉੱਥੋਂ ਦੀ ਵਿਦੇਸ਼ ਮੰਤਰੀ ਆ, ਉਹਨਾਂ ਨੇ ਕਿਹਾ ਕਿ ਸਾਡਾ ਮੁਲਕ ਛੱਡ ਦਿਓ। ਯਾਨੀ ਕਿ ਕੈਨੇਡਾ ਨੇ ਪਵਨ ਕੁਮਾਰ ਰਾਏ ਨੂੰ ਪਹਿਲਾਂ ਐਕਸਪੈਲ ਕੀਤਾ, ਇਹ ਬਾਅਦ ਦੇ ਵਿੱਚ ਅੱਜ ਕੀਤਾ ਭਾਰਤ ਨੇ। ਭਾਰਤ ਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਉਸ ਏਵਜ਼ ਦੇ ਵਿੱਚ ਜਾਂ ਉਸ ਦੇ ਰਿਸਪੌਂਸ ਦੇ ਵਿੱਚ ਉਹਨਾਂ ਦਾ ਵੀ ਡਿਪਲੋਮੈਟ ਕੱਢਤਾ ਔਰ ਇਸ ਤੇ ਇਲਜ਼ਾਮ ਸੀ ਕਿ ਇਮੀਡੀਏਟਲੀ ਤੁਸੀਂ ਛੱਡ ਕੇ ਚਲੇ ਜਾਓ। ਔਰ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਵੀ ਦੱਸ ਦਿੰਦਾ ਕਿ ਅੰਤਰਰਾਸ਼ਟਰੀ ਪੱਧਰ ਤੇ ਹੁਣ ਇਹ ਜਿਹੜਾ ਮਾਮਲਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਗਰਮਾਉਣ ਜਾ ਰਿਹਾ। ਜਸਟਿਨ ਟਰੂਡੋ ਨੇ ਇੱਥੋਂ ਤੱਕ ਕਹਿਤਾ ਕਿ ਸਾਡੇ ਕੋਲ ਬਹੁਤ ਇੱਕ ਕ੍ਰੈਡੀਬਲ ਐਵੀਡੈਂਸ ਹੈ, ਸਾਡੇ ਕੋਲ ਪੁਖਤਾ ਸਬੂਤ ਨੇ ਕਿ ਇਹ ਭਾਰਤੀ ਏਜੰਸੀਜ਼ ਨੇ ਜਾਂ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਜਾਂ ਖੂਫੀਆ ਏਜੰਸੀਜ਼ ਕਹਿ ਲਓ, ਇਹਨਾਂ ਨੇ ਹੀ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ। ਇਹ ਗੱਲਾਂ ਕਹਿ ਰਹੇ ਨੇ ਔਰ ਹਾਲਾਂਕਿ ਇਹਨਾਂ ਨੇ ਹਜੇ ਕੈਨੇਡੀਅਨ ਗਵਰਨਮੈਂਟ ਨੇ ਇਸ ਦਾ ਕੋਈ ਸਬੂਤ ਨਹੀਂ ਦਿੱਤਾ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਬੂਤ ਦੇਣ। ਪਰ ਇਸ ਦੌਰਾਨ ਤੁਹਾਨੂੰ ਮੈਂ ਇਹ ਵੀ ਦੱਸ ਦਿੰਦਾ ਕਿ ਆਲਰੇਡੀ ਮੈਲਨੀ ਜਿਹੜੀ ਉਹਨਾਂ ਦੀ ਵਿਦੇਸ਼ ਮੰਤਰੀ ਆ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਅਸੀਂ G7 ਦੇ ਕੁਝ ਮੁਲਕਾਂ ਦੇ ਨਾਲ ਆਲਰੇਡੀ ਗੱਲ ਕਰ ਲਈ ਆ। ਮੈਲਨੀ ਜੋਲੀ ਨੇ ਇਹ ਗੱਲ ਕਹੀ ਆ, ਜਿਵੇਂ ਕਿ ਉਹਨਾਂ ਨੇ US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਵੀ ਇਹ ਗੱਲ ਦੱਸਦੀ ਹੈ ਕਿ ਭਾਰਤ ਹਰਦੀਪ ਸਿੰਘ ਨਿੱਜਰ ਦੀ ਜਾਂ ਜਿਹੜੀ ਮੌਤ ਹੋਈ ਹੈ ਜਾਂ ਕਤਲ ਆ ਉਸ ਦੇ ਪਿੱਛੇ ਆ। ਇਹੀ ਗੱਲ ਉਹਨਾਂ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਂ, ਉਹਨਾਂ ਨੂੰ ਵੀ ਗੱਲ ਦੱਸਦੀ ਆ ਤੇ ਇਹੀ ਗੱਲ ਉਹਨਾਂ ਨੇ UK ਦੇ ਪ੍ਰਾਈਮ ਮਿਨਿਸਟਰ ਨੇ ਰਿਸ਼ੀ ਸੁਨਾਕ, ਉਹਨਾਂ ਨੂੰ ਵੀ ਇਹ ਗੱਲ ਦੱਸਦੀ ਆ। ਕਹਿੰਦੇ ਕਿ ਅਸੀਂ ਉਹਨਾਂ ਨੂੰ ਕਨਵੇ ਕਰਤੀ ਹੈ ਤੇ ਜਿਹੜੇ ਬਾਕੀ G7 ਦੇ, ਜਿਸ ਤਰ੍ਹਾਂ ਜਾਪਾਨ ਰਹਿ ਗਿਆ, ਜਰਮਨੀ ਰਹਿ ਗਿਆ, ਇਟਲੀ ਰਹਿ ਗਿਆ, ਇਹਨਾਂ ਤਿੰਨਾਂ ਮੁਲਕਾਂ ਨੂੰ ਵੀ ਅਸੀਂ ਦੱਸਾਂਗੇ ਔਰ ਇਹ ਮਾਮਲਾ ਅਸੀਂ ਯੂਨਾਈਟਿਡ ਨੇਸ਼ਨਸ ਦੇ ਵਿੱਚ, UN ਦੇ ਵਿੱਚ ਵੀ ਲੈ ਕੇ ਜਾਵਾਂਗੇ ਕਿ ਸਾਡਾ ਇੱਕ ਸੋਵਰਨ ਕੰਟਰੀ ਆ, ਸਾਡਾ ਇੱਕ ਇੰਡੀਪੈਂਡੈਂਟ ਕੰਟਰੀ ਆ ਔਰ ਉਹਦੇ ਵਿੱਚ ਜੇ ਕੋਈ ਖੂਫੀਆ ਏਜੰਸੀ ਇਸ ਤਰ੍ਹਾਂ ਇੰਟਰਫੀਅਰ ਕਰਦੀ ਆ ਔਰ ਉਹਦੇ ਵਿੱਚ ਜਾ ਕੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਦੀ ਆ। ਤੁਸੀਂ ਦੇਖੋ ਇਹ ਸ਼ਬਦ ਸਾਰੇ ਉਹਨਾਂ ਦੇ ਆ ਤੇ ਇਹ ਰਿਪੋਰਟਸ ਦੇ ਵਿੱਚ ਛਪੇ ਵੀ ਆ ਤੇ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ, ਬਲਕਿ ਸਾਡੇ ਲਈ ਇਹ ਬਿਲਕੁਲ ਅਨਐਕਸੈਪਟੇਬਲ ਹੋਏਗਾ। ਹੁਣ ਇਸ ਉੱਤੇ ਹੋਰ ਜਿਹੜੀ ਆ ਰਾਜਨੀਤੀ ਸ਼ੁਰੂ ਹੋ ਗਈ ਆ। ਪਰ ਤੁਹਾਨੂੰ ਇੱਥੇ ਮੈਂ ਹੋਰ ਵੀ ਗੱਲਾਂ ਦੱਸੂਗਾ ਕਿ ਇਹ ਮਾਮਲਾ ਐਵੇਂ ਨਹੀਂ ਆ ਗਿਆ। ਤੁਸੀਂ ਦੇਖੋ ਉੱਥੋਂ ਦੇ ਪਬਲਿਕ ਸੇਫਟੀ ਮਿਨਿਸਟਰ ਨੇ, ਜਿਵੇਂ ਆਪਣੇ ਸਾਡੇ ਹੋਮ ਮਿਨਿਸਟਰ ਹੁੰਦੇ ਨੇ, ਗ੍ਰਹਿ ਮੰਤਰੀ ਹੁੰਦੇ ਨੇ, ਕੈਨੇਡਾ ਨੂੰ ਜਿਹੜੇ ਮਿਨਿਸਟਰ ਹੁੰਦੇ ਨੇ ਹੋਮ ਦੇ ਕਹਿ ਲਓ, ਉੱਥੇ ਉਹਨਾਂ ਨੂੰ ਪਬਲਿਕ ਸੇਫਟੀ ਮਿਨਿਸਟਰ ਕਿਹਾ ਜਾਂਦਾ, ਜਿਨ੍ਹਾਂ ਦਾ ਨਾਮ ਹੈ ਡੋਮਿਨਿਕ ਲੂਬਲॉ। ਡੋਮਿਨਿਕ ਲੂਬਲॉ ਨੇ ਕਿਹਾ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਮਹੀਨੇ ਦੇ ਵਿੱਚ, ਪਿਛਲੇ ਹਫ਼ਤਿਆਂ ਦੇ ਵਿੱਚ ਬਲਕਿ ਕਈ ਵਾਰੀ ਆਪਣੇ ਇੰਟੈਲੀਜੈਂਸ ਆਫੀਸਰਸ ਨੂੰ ਇੰਡੀਆ ਭੇਜਿਆ ਕਿ ਤੁਸੀਂ ਇਸ ਦੀ ਜਾਂਚ ਕਰਕੇ ਆਓ ਕਿ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਮੌਤ ਹੋਈ ਆ ਜਾਂ ਜਿਹੜਾ ਉਹਨਾਂ ਦਾ ਕਤਲ ਹੋਇਆ ਜਾਂ ਅਸੈਸੀਨੇਸ਼ਨ ਹੋਈ ਆ,
कि उस पिछे भारत तो कुछ एजेंसियां का हथ आ। और तुसी देखो इस दौरान जिहड़ी कैनेडियन सिक्योरिटी इंटैलीजेंस सर्विस आ, जिन्होंने CSIS भी कह देंगे आ, ये मुखी ने जिन्हों का नाम है डेविड विगनॉल। डेविड विगनॉल ये भी भारत दे विच आए और इस टाइम ट्रूडो के जिहड़े नैशनल सिक्योरिटी एडवाइजर आ, तुसी थोड़ा जिहा इहनूं कंपैरिजन करके देखो। जिवें भारत के प्रधानमंत्री नरेंद्र मोदी के नैशनल सिक्योरिटी एडवाइजर अजीत डोवाल ने, इस तरह जस्टिन ट्रूडो ने नैशनल सिक्योरिटी एडवाइजर ने जोडी थॉमस, एक लेडी ऑफिसर आ। हुण एक होर इंटरस्टिंग गल तुहानूं दसदा, जदों साडी G20 समिट चल रही सी, शिखर सम्मेलन चल रहा सी, ये जिहड़ी जॉडी थॉमस आ नैशनल सिक्योरिटी एडवाइजर आ जस्टिन ट्रूडो दी, ये चुप चपीते आउंदी आ, दिल्ली आउंदी आ, दिल्ली आके नाल रहिंदी आ और दिल्ली तो चुप चपीते ये लंडन चली जाती है। लंडन जाके ये उत्थों दी UK की गवर्नमेंट नूं दसदी आ कि जिहड़े असीं आउण वाले दिनां दे विच खुलासे करन जा रहे हैं भारत सरकार बारे, उस नाल साडे संबंध बहुत विगड़ जाने हैं। यानी कि इन्हां दे नैशनल सिक्योरिटी एडवाइजर कैनेडा दे जॉडी थॉमस, इन्हां ने पहले ही UK की सरकार नूं, उत्थों दे प्राइम मिनिस्टर नूं, सारी दी सारी सरकार नूं आगाह करता सी कि असीं ये करन जा रहे हैं। सो तुसीं आप इस गल तो अंदाज़ा लाओ कि ये मामला कितना आने वाले दिनों के विच कितना पक गया सी, या ऑलरेडी इस दी सूचना कई मुल्कां नूं सी। एक चीज़ तुहानूं मैं होर दसदा कि ये जिहड़ा हरदीप सिंह निज्जर सी, लगभग 46 कुछ वरियां दा, इस नूं जिहड़ियां भारत दीयां एजेंसी सी वो कहंदी सी कि ये खालिस्तान टाइगर फोर्स नाल संबंधित रखदा, ये एक टैररिस्ट आ और इसने जलंधर दे एक हिंदू पुजारी का कतल किया, उस केस दे विच ये वांटेड सी। ये गल इत्थों दी एजेंसी कह रही सी। NIA जिहड़ी साडी नैशनल इन्वैस्टिगेशन एजेंसी आ, इन्हें पिछले साल सन 2022 दे विच हरदीप सिंह निज्जर उत्ते 10 लाख रुपए का इनाम रखता सी कि जिहड़ा इहदी सूचना दऊगा उन्होंने असीं 10 लाख रुपए का इनाम दूंगा। यानी कि तुसीं देखो इस मामले के उत्ते इत्थों दी खुफिया एजेंसीज़ की पूरी नज़र सी, बल्कि पिछले साल तो ही शुरू हो गई सी। मेरे तो कई बारी हरदीप सिंह निज्जर नाल भी मैं मिलिया, पवन कुमार राय दे नाल भी मिलिया। ये उत्थों के गुरुद्वारे के प्रधान सी हरदीप सिंह निज्जर। और उस तो बाद तुसीं देखो जिहड़े भारत ते कैनेडा के संबंध सी वो फिर कदों खराब हुंदे ने। 10 सितंबर नूं उत्थे 6 फॉर जस्टिस इसे गुरुद्वारे दे विच एक रेफरेंडम कराउंदे ने, खालिस्तान नूं लैके रेफरेंडम कराउंदे ने, जिस विच 1,34,800 के करीब व्यक्ति शिरकत करते हैं। ये भी पता लगा और ये भी पता लगा कि उहदे विच 2 UN दे यूनाइटेड नेशन के ऑबजरवर्स भी आए हुए सी। ये भी गल उत्थों छड़ के आ रही है। हालांकि और इस चीज़ नूं लैके भारत सरकार काफ़ी खफा सी कि उत्थों की सरकार, कैनेडा की सरकार इस नूं रोकदी क्यों नहीं है। और खास तौर पर इस करके भी खफा सी। वैसे उहदे विच मैं तुहानूं ये भी दसदा कि जिहड़े पोस्टर बनाए गए सी इस रेफरेंडम के दौरान, उहदे उत्ते विच गन्स सी, वायलेंस दिखाई जा रही सी। इस करके सरी दे एक स्कूल ने ये रेफरेंडम पहला एक स्कूल च होना सी, उन्होंने बल्कि इस नूं मना करता सी कि तुसीं साडे नहीं इत्थे करा सकते। इस करके बाद दे विच उत्थों दे ये जिहड़ा गुरुद्वारा सी गुरु नानक सिंह गुरुद्वारा उत्थे कराउणा पिया। खैर ये भी एक पॉइंट सी जिन्हों कह सकते हो जिस करके आपस दे विच जिहड़े संबंध सी वो होर खराब हुंदे ने। इस तो बाद तुसीं देखो G20 समिट हुंदी आ और G20 समिट दे विच भी तुसीं देखिया होना कि दोनों दे, चाहे वो जस्टिन ट्रूडो सी या भारत के प्रधानमंत्री सी, इन्हां दे संबंध, इन्हां दे चेहरिਆਂ तो, इन्हां दे हाव भाव तो कोई बहुत ज़्यादा वधिया नज़र नहीं सी आ रहे। तुसीं देखो वाइट हाउस ने भी एक स्टेटमेंट जारी की है। उन्होंने बल्कि कहा कि जस्टिन ट्रूडो ने, कैनेडा के प्राइम मिनिस्टर ने जिस तरह के इल्ज़ाम लाए ने और जिन्ने संगीन वो इल्ज़ाम ने, असी चाहुंदे आ कि इसकी चंगी तरह तहकीकात होवे। दरअसल नैशनल सिक्योरिटी काउंसल आ उत्थों दे स्पोक्सपर्सन ने एड्रीयन वाटसन ने यह गल कही आ, कहते कि यदी तह तक तफ्तीश होनी चाहिए, पूरी थॉरो यदी प्रोब होनी चाहिए आ, तो जे वाकया कोई दोषी पाया जाता तो उन्होंने सज़ावां मिलनियां चाहिए ने, कानून के हिसाब के नाल उन्होंने बख्शिया नहीं जा सकता। ये गल उन्होंने कही आ।
ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਇਹ ਮਾਮਲਾ ਹੋਰ ਵੀ ਅੱਗੇ ਵਧੇਗਾ। ਭਾਰਤ ਸਰਕਾਰ ਨੇ ਫਿਰ ਇੱਕ ਗੱਲ ਕਹੀ ਆ, ਉਹ ਕਹਿੰਦੇ ਜਿਹੜੇ ਇਹ ਐਲੀਗੇਸ਼ਨਸ ਨੇ ਇਹ ਬੜੇ ਅਬਸਰਡ ਯਾਨੀ ਕਿ ਬਿਲਕੁਲ ਬੇਕਾਰ ਤੇ ਮੋਟੀਵੇਟਡ ਨੇ ਤੇ ਕੇਵਲ ਜਾਣ ਬੁੱਝ ਕੇ ਲਾਏ ਜਾ ਰਹੇ ਨੇ ਭਾਰਤ ਸਰਕਾਰ ਨੂੰ ਬਦਨਾਮ ਕਰਨ ਲਈ, ਪਰ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਆ। ਇਹ ਗੱਲ ਉਹਨਾਂ ਨੇ ਆਲਰੇਡੀ ਕਹਿਤੀ ਆ। ਹੁਣ ਇੱਕ ਚੀਜ਼ ਹੋਰ ਇਹਦੇ ਵਿੱਚ ਮਾਮਲਾ ਆਉਂਦਾ, ਕਿਉਂਕਿ ਭਾਰਤ ਸਰਕਾਰ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਮੁਸ਼ਕਲਾਂ ਇਸ ਕਰਕੇ ਖੜੀਆਂ ਹੋ ਸਕਦੀਆਂ ਨੇ ਕਿ ਹਾਲਾਂਕਿ G20 ਨੂੰ ਬਹੁਤ ਸਕਸੈਸਫੁਲ ਬਹੁਤ ਕਾਮਯਾਬ ਸੰਮੇਲਨ ਦੱਸਿਆ ਜਾ ਰਿਹਾ। ਤੁਹਾਨੂੰ ਯਾਦ ਹੋਣਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀਆਂ ਸੈਲੀਬ੍ਰੇਸ਼ਨਸ ਵੀ ਕੀਤੀਆਂ ਸੀ, ਇਹਦਾ ਜਸ਼ਨ ਵੀ ਮਨਾਇਆ ਸੀ ਆਪਣੀ ਪਾਰਟੀ ਹੈੱਡਕੁਆਟਰ ਦੇ ਵਿੱਚ। ਪਰ ਵਿਦੇਸ਼ੀ ਮੀਡੀਆ ਨੇ ਇਸ ਗੱਲ ਨੂੰ ਇਸ ਤਰ੍ਹਾਂ ਚੱਕਿਆ ਸੀ ਕਿ ਸ਼ਾਇਦ ਕਿਤੇ ਇਹ ਸਾਰਾ ਜਿਹੜਾ ਸੰਮੇਲਨ ਆ ਉਹ ਠੀਕ ਨਹੀਂ ਸੀ, ਕਿਉਂਕਿ ਸਾਨੂੰ ਨੇੜੇ ਜਾਣ ਹੀ ਨਹੀਂ ਦਿੱਤਾ। ਔਰ ਜਿਹੜੀ ਸਟੇਟਮੈਂਟ ਉਸ ਤੋਂ ਬਾਅਦ ਆਉਂਦੀ ਆ ਉਹ ਵੀ ਕਾਫੀ ਵਿਦੇਸ਼ੀ ਮੀਡੀਆ ਨੇ ਵੀ ਇਹ ਗੱਲ ਕਹੀ ਤੇ ਕਈ ਹੋਰ ਦੂਸਰੇ ਲੀਡਰਸ ਨੇ ਕਿ ਰਸ਼ੀਆ ਦੇ ਖਿਲਾਫ ਜੋ ਸਟੇਟਮੈਂਟ ਆਈ ਆ ਉਹ ਬੜੀ ਡਾਇਲੂਟਡ ਸੀ, ਬੜੀ ਵੀਕ ਸੀ, ਕਮਜ਼ੋਰ ਸੀ। ਜਿਸ ਤਰ੍ਹਾਂ ਦੀ ਸਟਰੋਂਗ ਸਟੇਟਮੈਂਟ ਇਸ G7 ਦੇ ਸੰਮੇਲਨ ਦੇ ਵਿੱਚੋਂ, ਸਿਖਰ ਸੰਮੇਲਨ ਦੇ ਵਿੱਚੋਂ ਰਸ਼ੀਆ ਦੇ ਖਿਲਾਫ ਜਾਣੀ ਚਾਹੀਦੀ ਸੀ, ਉਹ ਨਹੀਂ ਗਈ। ਸੋ ਇਸ ਕਰਕੇ ਤੁਸੀਂ ਦੇਖੋ ਇਹਦਾ ਫਾਲੋਆਊਟ ਵੀ ਕਿਤੇ ਨਾ ਕਿਤੇ ਭਾਰਤ ਨੂੰ ਦੁਬਾਰਾ ਝੱਲਣਾ ਨਾ ਪੈ ਜੇ। ਇੱਕ ਚੀਜ਼ ਹੋਰ, ਪਿਛਲੇ ਦਿਨਾਂ ਦੇ ਵਿੱਚ ਚੀਨ ਦੇ ਨਾਲ ਜਿਸ ਤਰ੍ਹਾਂ ਦੇ ਐਲੀਗੇਸ਼ਨ ਖਾਸ ਤੌਰ ਤੇ ਕਾਂਗਰਸ ਪਾਰਟੀ ਨੇ ਲਾਏ, ਰਾਹੁਲ ਗਾਂਧੀ ਨੇ ਲਾਏ ਕਿ ਚੀਨ ਨੇ ਸਾਡੀ ਜ਼ਮੀਨ ਨੱਪੀ ਹੋਈ ਆ, ਬਹੁਤ ਜ਼ਿਆਦਾ ਜ਼ਮੀਨ ਆ, ਔਰ ਇੱਥੋਂ ਤੱਕ ਕਿ ਅਰੁਣਾਚਲ ਪ੍ਰਦੇਸ਼ ਨੂੰ ਆਪਣੇ ਨਕਸ਼ੇ ਦੇ ਵਿੱਚ ਦਿਖਾਤਾ, ਔਰ ਭਾਰਤ ਸਰਕਾਰ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਬਿਲਕੁਲ ਇਸ ਗੱਲ ਤੇ ਚੁੱਪ ਨੇ। ਮੈਂ ਸਾਰੀਆਂ ਗੱਲਾਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਇਹ ਸਾਰਾ ਕੁਝ ਵਿਦੇਸ਼ੀ ਨੀਤੀ ਦਾ ਹਿੱਸਾ ਹੁੰਦੇ ਨੇ, ਪਰ ਭਾਰਤ ਨੇ ਚੀਨ ਦੇ ਖਿਲਾਫ ਇਸ ਤਰ੍ਹਾਂ ਦੀ ਕਦੇ ਕੋਈ ਕਾਰਵਾਈ ਨਹੀਂ ਕੀਤੀ, ਕਦੇ ਉਹਨਾਂ ਦੇ ਡਿਪਲੋਮੈਟਸ ਨੂੰ ਬੁਲਾ ਕੇ ਉਹਨਾਂ ਨੂੰ ਪੁੱਲ ਅਪ ਨਹੀਂ ਕੀਤਾ ਕਿ ਤੁਸੀਂ ਆਪਣੇ ਨਕਸ਼ੇ ਦੇ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਕਿਸ ਤਰ੍ਹਾਂ ਦਿਖਾ ਸਕਦੇ ਹੋ, ਜਾਂ ਜਿਹੜੀਆਂ ਸਾਡੀਆਂ ਟੈਰੀਟਰੀਜ਼ ਨੇ, ਸਾਡੇ ਪੈਟਰੋਲਿੰਗ ਪੁਆਇੰਟਸ ਨੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਕਬਜ਼ਾ ਲਿਆ ਨੇ। ਇਹ ਵੀ ਗੱਲਾਂ ਪਿਛਲੇ ਦਿਨਾਂ ਦੇ ਵਿੱਚ ਆਈਆਂ ਨੇ। ਹਾਲਾਂਕਿ ਬਲਕਿ ਇਸ ਉੱਤੇ ਤਾਂ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਹੀ ਨਹੀਂ ਆਈ। ਸੋ ਇਸ ਕਰਕੇ ਜਿਹੜਾ ਕੈਨੇਡਾ ਦੇ ਨਾਲ ਇਹ ਸਾਰਾ ਡਿਪਲੋਮੈਟਿਕ ਇੱਕ ਤਰ੍ਹਾਂ ਦਾ ਕਨਫਰੰਟ੍ਰੇਸ਼ਨ ਹੋਣੀ, ਆਪਸ ਦੇ ਵਿੱਚ ਕੌਨਫਲਿਕਟ ਪੈਦਾ ਹੋਣਾ, ਇਹ ਮੈਨੂੰ ਲੱਗਦਾ ਨਾ ਹੀ ਭਾਰਤ ਦੇ ਲਈ ਚੰਗਾ ਤੇ ਨਾ ਹੀ ਕੈਨੇਡਾ ਦੇ ਲਈ ਚੰਗਾ। ਔਰ ਮੈਂ ਤੁਹਾਨੂੰ ਦੋ ਗੱਲਾਂ ਹੋਰ ਦੱਸਦਾ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਟ੍ਰੇਡ ਐਗਰੀਮੈਂਟ ਸੀ ਉਹ ਵੀ ਅਚਾਨਕ ਕੈਨੇਡਾ ਵੱਲੋਂ ਸਸਪੈਂਡ ਕਰਤੇ ਗਏ ਸੀ। ਯਾਨੀ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਭਾਰਤ ਦੇ ਨਾਲ ਟ੍ਰੇਡ ਹੀ ਨਹੀਂ ਕਰਨਾ, ਵਾਸਤਾ ਨਹੀਂ ਰੱਖਣਾ, ਬਲਕਿ 9 ਅਕਤੂਬਰ ਨੂੰ ਮੁੰਬਈ ਦੇ ਵਿੱਚ ਇੱਕ ਬੈਠਕ ਹੋਣ ਜਾ ਰਹੀ ਸੀ ਕੁਝ ਟ੍ਰੇਡਸ ਨੂੰ ਲੈ ਕੇ, ਕੁਝ ਵਪਾਰ ਨੂੰ ਲੈ ਕੇ, ਉਹ ਆਲਰੇਡੀ ਕੈਂਸਲ ਕਰ ਦਿੱਤੀ ਗਈ ਆ ਕੈਨੇਡਾ ਵੱਲੋਂ। ਯਾਨੀ ਕਿ ਜਿਹੜੇ ਸਾਡੇ ਰਿਲੇਸ਼ਨਸ ਨੇ, ਆਪਸ ਦੇ ਵਿੱਚ ਸੰਬੰਧ ਨੇ, ਉਹ ਹੋਰ ਖਰਾਬ ਹੋ ਰਹੇ ਨੇ। ਕੀ ਇਹ ਦੋਨੇ ਮੁਲਕ ਆਪਸ ਤੇ ਬੈਠ ਕੇ ਆਪਸ ਦੇ ਵਿੱਚ ਗੱਲਬਾਤ ਕਰਕੇ ਆਪਣੇ ਇਹਨਾਂ ਸੰਬੰਧਾਂ ਨੂੰ ਸੁਖਾਵਾਂ ਕਰਨ ਦੀ ਕੋਸ਼ਿਸ਼ ਕਰਨਗੇ? ਇਹ ਖੈਰ ਆਉਣ ਵਾਲਾ ਸਮਾਂ ਦੱਸੂਗਾ, ਪਰ ਇਸ ਵਕਤ ਇਸ ਤਰ੍ਹਾਂ ਲੱਗਦਾ ਕਿ ਦੋਨੇ ਮੁਲਕ ਇੱਕ ਦੂਸਰੇ ਨੂੰ ਜਿਸ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਨੇ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਪਬਲਿਕ ਸੇਫਟੀ ਮਿਨਿਸਟਰ ਹੁੰਦੇ ਸੀ ਕਿਸ ਟਾਈਮ ਬਿਲ ਬਲੇਅਰ, ਤੇ ਇਸੇ ਤਰ੍ਹਾਂ ਉੱਥੋਂ ਦੇ ਡਿਫੈਂਸ ਮਿਨਿਸਟਰ ਹੁੰਦੇ ਸੀ ਹਰਜੀਤ ਸਿੰਘ ਸੱਜਣ। ਇਹਨਾਂ ਦੇ ਨਾਲ ਤਾਂ ਮੇਰੀ ਖੁਦ ਕਈ ਵਾਰੀ ਗੱਲ ਹੋਈ ਆ, ਤੇ ਇਹ ਇਲਜ਼ਾਮ ਲਾਉਂਦੇ ਹੁੰਦੇ ਸੀ ਕਿ ਭਾਰਤ ਦੀ ਸਰਕਾਰ ਜਾਂ ਭਾਰਤ ਦੀਆਂ ਏਜੰਸੀਜ਼ ਉੱਥੋਂ ਕਈ ਵਾਰੀ ਉੱਥੋਂ ਜਿਹੜੀ ਇਲੈਕਸ਼ਨਸ ਹੁੰਦੀਆਂ ਸੀ ਜਾਂ ਜਿਹੜੀਆਂ ਉਹਨਾਂ ਦੀਆਂ ਫੈਡਰਲ ਇਲੈਕਸ਼ਨ ਸੀ ਉਹਨਾਂ ਦੇ ਵਿੱਚ ਇਹਨਾਂ ਦੀ ਸਿੱਧੀ ਦਖਲ ਅੰਦਾਜ਼ੀ ਆ। ਇਹ ਗੱਲਾਂ ਬੜੀ ਦਬੀ ਜ਼ੁਬਾਨ ਦੇ ਵਿੱਚ ਹੁੰਦੀਆਂ ਸੀ, ਖੁੱਲ੍ਹ ਕੇ ਸਾਹਮਣੇ ਨਹੀਂ ਸੀ ਆਉਂਦੀਆਂ। ਕਈ ਵਾਰੀ ਮੈਂ ਉਹਨਾਂ ਨੂੰ ਪੁੱਛਿਆ ਕਿ ਇਸ 'ਤੇ ਹੋਰ ਖੁਲਾਸਾ ਕਰੋ, ਉਹ ਹੋਰ ਖੁਲਾਸਾ ਕਰਦੇ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਜੇ ਇਸ ਉੱਤੇ ਕੋਈ ਖੁਲਾਸਾ ਕਰਾਂਗੇ ਤਾਂ ਹੋ ਸਕਦਾ ਆਪਸੀ ਸੰਬੰਧ ਖਰਾਬ ਹੋ ਜਾਣ। ਇਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਜੁੜ ਰਹੀਆਂ ਨੇ ਕਿਤੇ ਨਾ ਕਿਤੇ, ਕਿਉਂਕਿ ਪਹਿਲਾਂ ਇਹ ਪਾਸੇ-ਪਾਸੇ ਪਈਆਂ ਸੀ ਬਿਟਸ ਐਂਡ ਪੀਸਿਸ ਦੇ ਵਿੱਚ, ਅਲੱਗ-ਅਲੱਗ ਜਿਹੀਆਂ ਖਿਲਰੀਆਂ ਪਈਆਂ ਸੀ। ਹੁਣ ਇੱਕ ਗੱਲਾਂ ਇਸ ਕਰਕੇ ਹੋ ਗਈਆਂ ਕਿ ਜਿਸ ਤਰ੍ਹਾਂ ਦੇ ਸੰਬੰਧ ਇਹ ਹੋ ਗਏ ਨੇ, ਜਿਸ ਤਰ੍ਹਾਂ ਦੇ ਸਿੱਧੇ ਪ੍ਰਧਾਨ ਮੰਤਰੀ ਨੇ ਇਲਜ਼ਾਮ ਲਾਏ ਨੇ, ਮੈਨੂੰ ਲੱਗਦਾ ਇਹਨਾਂ ਸਾਰੇ ਇਲਜ਼ਾਮਾਂ ਦਾ ਜਵਾਬ ਦੇਣਾ ਭਾਰਤ ਸਰਕਾਰ ਨੂੰ ਵੀ ਚਾਹੀਦਾ। ਇਕੱਲਾ ਸਿਰਫ ਇਹ ਖਾਰਜ ਕਰਨ ਨਾਲ ਗੱਲ ਨਹੀਂ ਬਣੇਗੀ, ਘੱਟੋ ਘੱਟ ਪੁਖਤਾ ਜਵਾਬ ਦੇਣਾ ਜ਼ਰੂਰੀ ਭਾਰਤ ਲਈ ਵੀ ਹੈ, ਤਾਂ ਇਸੇ ਤਰ੍ਹਾਂ ਕੈਨੇਡਾ ਲਈ ਵੀ ਜ਼ਰੂਰੀ ਆ ਕਿ ਜੇ ਉਹਨਾਂ ਨੇ ਐਡਾ ਵੱਡਾ ਇਲਜ਼ਾਮ ਲਾਇਆ ਕਿ ਉਹਨਾਂ ਕੋਲ ਇਸ ਕਤਲ ਦੇ ਸਬੰਧ ਦੇ ਵਿੱਚ, ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਸਬੰਧ ਦੇ ਵਿੱਚ ਪੁਖਤਾ ਸਬੂਤ ਹੈ, ਤੇ ਜੇ ਉਹ ਪੁਖਤਾ ਸਬੂਤ ਆ
ਤੇ ਕੀ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ, ਜਿਨ੍ਹਾਂ ਲੀਡਰਸ ਨਾਲ ਉਹ ਗੱਲ ਕਰ ਰਹੇ ਨੇ, ਉਹਨਾਂ ਨੂੰ ਦੇਣਗੇ ਜਾਂ ਭਾਰਤ ਸਰਕਾਰ ਨੂੰ ਦੇਣਗੇ, ਤਾਂ ਕਿ ਉਹਨਾਂ ਸਬੂਤਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ, ਉਹਨਾਂ ਸਬੂਤਾਂ ਦੇ ਵਿੱਚ ਕੀ ਕੀ ਤੱਥ ਲੁਕੇ ਹੋਏ ਨੇ, ਉਹ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਆ ਸਕਣ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।